अस्सलाम वालेकुम दोस्तों, ਤੁਹਾਡਾ ਵੀਰ, ਤੁਹਾਡਾ ਪੁੱਤਰ, ਤੁਹਾਡਾ ਦੋਸਤ ਜਿਸ ਰਿਸ਼ਤੇ ਨਾਲ ਤੁਸੀਂ ਚਾਹੋ ਤੁਹਾਡਾ ਆਪਣਾ ਡਾਕਟਰ ਆਸਿਫ ਕਾਦਰੀ ਤੁਹਾਡੀ ਸੇਵਾ 'ਚ ਹਾਜ਼ਰ ਹੈ। ਮੈਂ ਇਤਫਾਕ ਹਸਪਤਾਲ ਲਾਹੌਰ ਸ਼ੂਗਰ ਦੇ ਮਹਿਕਮੇ ਦਾ ਇੰਚਾਰਜ ਹਾਂ ਅਤੇ ਇਸ ਵੇਲੇ ਕਰੋਨਾ ਵਾਇਰਸ ਦੀ ਜਿਹੜੀ ਦਹਿਸ਼ਤ ਚਾਰ ਚੁਫੇਰੇ ਸਾਨੂੰ ਘੇਰਿਆ ਹੋਇਆ, ਇਸ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਲਈ ਹਾਜ਼ਰ ਹੋਇਆ। ਕਰੋਨਾ ਵਾਇਰਸ ਕੀ ਹੈ ਅਤੇ ਪੂਰੇ ਜੱਗ ਦੀ ਖਲਕਤ ਇਸ ਤੋਂ ਇੰਨਾ ਡਰੀ ਹੋਈ ਕਿਉਂ ਹੈ, ਇਸ ਬਾਰੇ ਤੁਹਾਨੂੰ ਟੀਵੀ ਅਤੇ ਸੋਸ਼ਲ ਮੀਡੀਆ ਤੋਂ ਵੀ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗ ਰਿਹਾ ਹੋਵੇਗਾ ਅਤੇ ਅਸੀਂ ਵੀ ਇਹਦੇ ਬਾਰੇ ਕੁਝ ਗੱਲਾਂ ਤਾਂ ਜ਼ਰੂਰ ਕਰਾਂਗੇ, ਪਰ ਖਾਸ ਕਰ ਅਸੀਂ ਗੱਲ ਕਰਾਂਗੇ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ, ਜੋ ਕਰੋਨਾ ਵਾਇਰਸ ਦਾ ਅਸਰ ਉਹਨਾਂ ਦੇ ਉੱਤੇ ਕਿਵੇਂ ਦਾ ਹੋ ਸਕਦਾ ਹੈ ਅਤੇ ਉਹਨਾਂ ਨੂੰ ਇਹਦੇ ਮੰਦੇ ਅਸਰਾਂ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ। ਸੋ ਕਰੋਨਾ ਵਾਇਰਸ ਸਾਹ ਦੇ ਨਿਜ਼ਾਮ ਦਾ ਇੱਕ ਛੂਤੀ ਰੋਗ ਹੈ ਜਿਹੜਾ ਕਰੋਨਾ ਵਾਇਰਸ ਨਾਮ ਦੇ ਇੱਕ ਜਰਾਸੀਮ ਨਾਲ ਹੁੰਦਾ ਹੈ। ਇਹ ਮਰਜ਼ ਆਮ ਨਜ਼ਲੇ ਜ਼ੁਕਾਮ ਵਾਂਗ ਹੀ ਬੁਖਾਰ ਅਤੇ ਖੰਘ ਜਾਂ ਗਲਾ ਖਰਾਬ ਨਾਲ ਸ਼ੁਰੂ ਹੁੰਦਾ ਅਤੇ ਚੋਖੇ ਲੋਕਾਂ ਵਿੱਚ ਨਜ਼ਲੇ ਜ਼ੁਕਾਮ ਵਾਂਗ ਹੀ ਹਫ਼ਤੇ ਖੰਡ ਦੇ ਵਿੱਚ ਇਹ ਆਪਣੇ ਆਪ ਮੁੱਕ ਜਾਂਦਾ। ਪਰ 100 ਵਿੱਚੋਂ ਕੋਈ 1-2 ਜੀ ਐਸਾ ਵੀ ਹੁੰਦਾ ਹੈ ਜਿਹਦੇ ਵਿੱਚ ਇਹ ਵਾਇਰਸ ਸਾਹ ਦੀਆਂ ਲਾਰੀਆਂ ਰਾਹੀਂ ਥੱਲੇ ਫੇਫੜਿਆਂ 'ਚ ਪਹੁੰਚ ਕੇ ਅਤੇ ਨਮੂਨੀਆ ਦੀ ਇੱਕ ਸ਼ਕਲ ਬਣਾ ਦਿੰਦਾ ਹੈ। ਇਹ ਸੂਰਤ ਖਤਰਨਾਕ ਹੈ। ਇਹਦੇ ਵਿੱਚ ਜਾਨ ਦਾ ਖਤਰਾ ਹੋ ਸਕਦਾ ਹੈ। ਉਹ ਇਸ ਲਈ ਕਿ ਇਸ ਵਾਇਰਸ ਦੀ ਅਜੇ ਤੱਕ ਕੋਈ ਪੱਕੀ ਪਿੱਡੀ ਦਵਾ ਨਹੀਂ ਬਣੀ। ਤਾਂ ਇਹੀ ਡਰਾਵਣ ਵਾਲੀ ਗੱਲ ਹੈ, ਇਹਦੇ ਬਾਰੇ 'ਚ ਇਹਤਿਆਤ ਕਰਨ ਦੀ ਲੋੜ ਹੈ। ਪਰ ਸਾਨੂੰ ਚੇਤੇ ਰੱਖਣਾ ਚਾਹੀਦਾ ਜੇ ਇਹ ਮਰਜ਼ ਚੀਨ ਤੋਂ ਸ਼ੁਰੂ ਹੋਇਆ ਅਤੇ ਹਾਲੇ ਤੱਕ ਜਿੱਥੇ ਵੀ ਇਹ ਅਪੜਿਆ ਉਹ ਚੀਨ ਤੋਂ ਹੀ ਲੋਕ ਲੈ ਕੇ ਇਹਨੂੰ ਗਏ ਨੇ ਅਤੇ ਸਾਡੇ ਦੇਸ਼ ਵਿੱਚ ਵੀ ਜਿੰਨੇ ਲੋਕਾਂ ਨੂੰ ਇਹਦਾ ਅਸਰ ਹੋਇਆ ਹੈ ਉਹ ਵਧੇਰੇ ਕਰਕੇ ਉਹੀ ਲੋਕ ਨੇ ਜਿਹੜੇ ਦੂਸਰੇ ਦੇਸ਼ਾਂ ਤੋਂ ਇਹਨੂੰ ਲੈ ਕੇ ਆਏ ਨੇ, ਜਾਂ ਉਹਨਾਂ ਨੂੰ ਆਪ ਲੱਗਾ ਜਾਂ ਉਹਨਾਂ ਨੇ ਇੱਥੇ ਆ ਕੇ ਆਪਣੇ ਨੇੜੇ ਤੇੜੇ ਦੇ ਲੋਕਾਂ ਨੂੰ ਲਗਾ ਦਿੱਤਾ। ਸੋ ਪਿਛਲੇ 4 ਮਹੀਨਿਆਂ 'ਚ ਜੇਕਰ ਤੁਸੀਂ ਮੁਲਕ ਤੋਂ ਬਾਹਰ ਨਹੀਂ ਗਏ ਔਰ ਕਿਸੇ ਐਸੇ ਜੀ ਨੂੰ ਨਹੀਂ ਮਿਲੇ ਜਿਹਦੇ ਘਰ ਦੇ ਵਿੱਚ ਕੋਈ ਬਾਹਰੋਂ ਆਇਆ ਹੋਇਆ ਬੰਦਾ ਹੋਵੇ ਅਤੇ ਤੁਹਾਨੂੰ ਕਰੋਨਾ ਹੋਣ ਦਾ ਖਤਰਾ ਬਹੁਤ ਘੱਟ ਹੈ। ਸੋ ਬਹੁਤ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਨਹੀਂ, ਅਗਰ ਤੁਸੀਂ ਇਹਤਿਆਤ ਕਰੋਗੇ ਤਾਂ ਇਨਸ਼ਾਅੱਲਾ ਅੱਲਾ ਖੈਰ ਕਰੇਗਾ। ਪਰ ਫਿਰ ਵੀ ਤੁਹਾਨੂੰ ਜੇਕਰ ਨਜ਼ਲੇ ਜ਼ੁਕਾਮ ਦੇ ਨਾਲ ਬੁਖਾਰ ਹੋ ਜਾਵੇ ਤਾਂ ਇਹਦੇ ਕਰੋਨਾ ਹੋਣ ਦਾ ਸ਼ੱਕ ਤਾਂ ਪੈ ਹੀ ਜਾਂਦਾ। ਪਰ ਗੱਲ ਜੇਕਰ ਨਿਰੀ ਨਜ਼ਲੇ ਬੁਖਾਰ ਅਤੇ ਗਲਾ ਖਰਾਬ ਦੀ ਕਨੀ ਰਹਿੰਦੀ ਹੈ ਅਤੇ ਚੋਖਾ ਘਬਰਾਉਣ ਦੀ ਲੋੜ ਨਹੀਂ ਹੈ। ਨਜ਼ਲੇ ਜ਼ੁਕਾਮ ਦੀ ਦਵਾ ਲਓ, ਆਰਾਮ ਕਰੋ ਅਤੇ ਦੂਜਿਆਂ ਨੂੰ ਇਹਦੇ ਤੋਂ ਬਚਾਉਣ ਦੀਆਂ ਤਦਬੀਰਾਂ ਕਰੋ। ਇਨਸ਼ਾਅੱਲਾ ਅੱਲਾ ਖੈਰ ਕਰੇਗਾ, ਹਫ਼ਤੇ ਖੰਡ ਲਈ ਤੁਸੀਂ ਠੀਕ ਹੋ ਜਾਓਗੇ। ਪਰ ਜੇਕਰ ਨਜ਼ਲੇ ਜ਼ੁਕਾਮ ਦੇ ਨਾਲ ਸਾਹ ਰੁਕਣ ਲੱਗ ਪਏ, ਛਾਤੀ 'ਚ ਪੀੜ ਹੋਵੇ, ਬੇਹੋਸ਼ੀ ਜੀ ਹੋਣ ਲੱਗ ਪਵੇ ਜਾਂ ਹੋਠ ਨੀਲੇ ਪੈਣ ਲੱਗ, ਇਹ ਖਤਰੇ ਵਾਲੀਆਂ ਗੱਲਾਂ ਨੇ। ਅਗਰ ਇੰਜ ਦੀ ਕੋਈ ਸ਼ਿਕਾਇਤ ਅੱਲਾ ਨਾ ਕਰੇ ਹੋਵੇ ਤਾਂ ਝੱਟ ਹਸਪਤਾਲ ਜਾਓ, ਆਪਣਾ ਕਰੋਨਾ ਦਾ ਟੈਸਟ ਕਰਾਓ ਅਤੇ ਡਾਕਟਰ ਸਾਹਿਬ ਜਿਵੇਂ ਦਾ ਵੀ ਤੁਹਾਨੂੰ ਇਲਾਜ ਦੱਸਦੇ ਨੇ ਉਹਦੇ 'ਤੇ ਪੂਰੇ ਸਿਦਕ ਨਾਲ ਇਲਾਜ ਕਰੋ। ਅੱਲਾ ਖੈਰ ਕਰੇਗਾ। ਇਹ ਗੱਲ ਤਾਂ ਸੀ ਕਰੋਨਾ ਵਾਇਰਸ ਦੇ ਬਾਰੇ 'ਚ ਮੁੱਢਲੀਆਂ ਗੱਲਾਂ ਦੀ। ਹੁਣ ਅਸੀਂ ਆਉਂਦੇ ਹਾਂ ਸ਼ੂਗਰ ਵਾਲੇ ਮਰੀਜ਼ਾਂ ਵੱਲ। ਅਤੇ ਦੋਸਤੋ, ਪਹਿਲੀ ਗੱਲ ਤਾਂ ਇਹ ਹੈ ਕਿ ਦੁਨੀਆ ਜਿਹੜੀ ਕੋਈ 5.5 ਲੱਖ ਲੋਕਾਂ ਨੂੰ ਕਰੋਨਾ ਹੋਇਆ, ਉਹਦੇ ਤੋਂ ਜਿੰਨੀਆਂ ਵੀ ਮਾਲੂਮਾਤਾਂ ਆਈਆਂ ਨੇ ਉਹਨਾਂ ਤੋਂ ਇਹ ਪਤਾ ਲੱਗਾ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਰੋਨਾ ਹੋਣ ਦਾ ਖਤਰਾ ਆਮ ਲੋਕਾਂ ਨਾਲੋਂ ਕੋਈ ਵੱਧ ਨਹੀਂ। ਜਿੰਨਾ ਖਤਰਾ ਦੂਜੇ ਲੋਕਾਂ ਨੂੰ ਹੈ ਓਨਾ ਹੀ ਸ਼ੂਗਰ ਦੇ ਮਰੀਜ਼ਾਂ ਨੂੰ। ਇਹ ਤਾਂ ਗੱਲ ਹੈ ਤਸੱਲੀ ਵਾਲੀ। ਪਰ ਇਹਦੇ 'ਚ ਮਾੜੀ ਗੱਲ ਇਹ ਹੈ ਕਿ ਜੇ ਸ਼ੂਗਰ ਦੇ ਮਰੀਜ਼ ਨੂੰ ਇੱਕ ਵਾਰੀ ਕਰੋਨਾ ਹੋ ਜਾਵੇ ਤਾਂ ਉਹਦੇ 'ਚ ਵਿਗਾੜ ਪੈਦਾ ਹੋਣ ਦਾ ਖਤਰਾ ਜ਼ਿਆਦਾ ਹੈ। ਖਾਸ ਤੌਰ ਕਿ ਇਹ ਖਤਰਾ ਉਹਨਾਂ ਲੋਕਾਂ ਨੂੰ ਹੈ ਜਿਹੜੇ ਸ਼ੂਗਰ ਦੇ ਮਰੀਜ਼ ਵਡੇਰੀ ਉਮਰ ਦੇ ਨੇ, ਜਿਨ੍ਹਾਂ ਦੀ ਸ਼ੂਗਰ ਪੁਰਾਣੀ ਹੈ, ਸ਼ੂਗਰ ਦਾ ਕੰਟਰੋਲ ਵੀ ਬਹੁਤ ਅੱਛਾ ਨਹੀਂ, ਜਾਂ ਇਹ ਹੈ ਕਿ ਸ਼ੂਗਰ ਦੇ ਵਧਾਨ ਵੱਧ ਕੇ ਉਹਨਾਂ ਦਾ ਦਿਲ ਜਾਂ ਗੁਰਦੇ ਜਾਂ ਕੋਈ ਹੋਰ ਜਿਸਮ ਦਾ ਹਿਸਾਬ ਕਿਤਾਬ ਖਰਾਬ ਹੋ ਗਿਆ ਹੋਇਆ। ਇਹਨਾਂ ਲੋਕਾਂ ਦੇ ਵਿੱਚ ਵਿਗਾੜ ਦਾ ਖਤਰਾ ਜ਼ਿਆਦਾ ਹੈ। ਸੋ ਵਡੇਰੀ ਉਮਰ ਦੇ ਕਿਸੇ ਜੀ ਨੂੰ ਜੇਕਰ ਅੱਜ ਕੱਲ੍ਹ ਦੇ ਦਿਨਾਂ ਵਿੱਚ ਬੁਖਾਰ ਔਰ ਨਜ਼ਲੇ ਵਰਗੀ ਸ਼ਿਕਾਇਤ ਹੋ ਜਾਏ ਤਾਂ ਉਹਦੇ ਵੱਲ ਜ਼ਿਆਦਾ ਧਿਆਨ ਕਰਨ ਦੀ ਲੋੜ ਹੈ। ਜੇ ਉਹਦੀ ਸਾਸ਼ਾ ਖਰਾਬ ਹੋਣ ਲੱਗੇ, ਹੋਠ ਨੀਲੇ ਪੈਣ ਲੱਗਣ, ਸੀਨੇ 'ਚ ਪੀੜ ਹੋਵੇ ਤਾਂ ਛੇਤੀ ਡਾਕਟਰ ਵੱਲ ਭੱਜਣਾ ਚਾਹੀਦਾ। ਬਾਕੀ ਅਗਰ ਇੰਜ ਦੀ ਕੋਈ ਗੱਲ ਨਹੀਂ ਤਾਂ ਇਨਸ਼ਾਅੱਲਾ ਉਹਦੇ 'ਚ ਖੈਰ ਖੈਰੀਅਤ ਵਾਲੀ ਗੱਲ ਹੈ। ਇਸ ਤੋਂ ਅੱਗੋਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਇਹ ਜਾਣਦੇ ਨੇ ਕਿ ਸ਼ੂਗਰ ਦੀਆਂ ਕਈ ਕਿਸਮਾਂ ਹੁੰਦੀਆਂ ਨੇ। ਇਹਨਾਂ 'ਚੋਂ ਸਭ ਤੋਂ ਆਮ ਕਿਸਮਾਂ ਜਿਹੜੀਆਂ ਨੇ ਉਹ ਕਿਸਮ ਅਵਲ ਅਤੇ ਕਿਸਮ 2 ਹੈ। ਕਿਸਮ ਅਵਲ ਜਿਹੜੀ ਕਿ ਆਮ ਕਰਕੇ ਛੋਟੇ ਬੱਚਿਆਂ 'ਚ ਹੁੰਦੀ ਹੈ, ਵੈਸੇ ਤਾਂ ਵੱਡਿਆਂ 'ਚ ਵੀ ਹੋ ਸਕਦੀ ਹੈ ਔਰ ਪਹਿਲੀ ਦਿਹਾੜ ਤੋਂ ਹੀ ਇਹਦੇ 'ਤੇ ਇਨਸੂਲਿਨ ਲੱਗਦੀ ਹੈ। ਇਹਨਾਂ 'ਚ ਖਤਰਨਾਕ ਸੂਰਤ ਹੁੰਦੀ ਹੈ ਜਦੋਂ ਉਹਨਾਂ ਦੇ ਜਿਸਮ ਵਿੱਚ ਤੇਜ਼ਾਬੀਅਤ ਵੱਧ ਜਾਂਦੀ ਹੈ ਅਤੇ ਉਹਨਾਂ 'ਤੇ ਬੇਹੋਸ਼ੀ ਤਾਰੀ ਹੋ ਜਾਂਦੀ ਹੈ। ਇਹਨੂੰ ਅਸੀਂ ਤੇਜ਼ਾਬੀ ਬੇਹੋਸ਼ੀ ਜਾਂ ਡਾਇਬੈਟਿਕ ਕੀਟੋਸਿਡੋਸਿਸ ਕਹਿੰਦੇ ਹਾਂ। ਇਹ ਬੜੀ ਖਤਰਨਾਕ ਸੂਰਤ ਹਾਲ ਹੁੰਦੀ ਹੈ। ਇਹ ਮਾਮਲਾ ਕਿਸੇ ਵੀ ਛੂਤੀ ਮਰਜ਼ ਦੇ ਵਿੱਚ, ਖਾਸ ਤੌਰ 'ਤੇ ਅਗਰ ਉਹ ਜ਼ਿਆਦਾ ਸਖਤ ਹੋਵੇ ਅਤੇ ਉਹਦੇ ਨਾਲ ਇਹ ਖਤਰਾ ਵੱਧ ਜਾਂਦਾ। ਦੂਸਰੀ ਗੱਲ, ਜੇ ਕਿਸੇ ਵੀ ਵਜ੍ਹਾ ਤੋਂ ਜਿਸਮ ਵਿੱਚੋਂ ਪਾਣੀ ਘੱਟ ਜਾਵੇ ਅਤੇ ਉਹਦੇ ਨਾਲ ਵੀ ਇਸ ਖਤਰੇ 'ਚ ਵਾਧਾ ਹੁੰਦਾ। ਅਤੇ ਨਜ਼ਲੇ ਜ਼ੁਕਾਮ ਦੀ ਬਿਮਾਰੀ ਐਸੀ ਹੈ ਜਿਹਦੇ 'ਚ ਅਕਸਰ ਕਰਕੇ ਮਰੀਜ਼ ਦਾ ਖਾਣ ਪੀਣ ਨੂੰ ਜੀਅ ਨਹੀਂ ਕਰਦਾ
ਨਾ ਉਹ ਪਾਣੀ ਪੀਂਦਾ ਨਾ ਉਹ ਰੋਟੀ ਖਾਂਦਾ ਤੇ ਜਿਸਮ ਦੇ ਵਿੱਚ ਪਾਣੀ ਘਟਣ ਦਾ ਖਤਰਾ ਹੁੰਦਾ। ਸੋ ਇਸ ਵਜ੍ਹਾ ਤੋਂ ਜੇ ਕਿਸਮ ਅਵਲ ਦੇ ਕਿਸੇ ਮਰੀਜ਼ ਨੂੰ ਕਰੋਨਾ ਜਾਂ ਨਜ਼ਲੇ ਜ਼ੁਕਾਮ ਜੈਸੀ ਗੱਲ ਹੋ ਜਾਵੇ ਤੇ ਉਹਦੇ 'ਚ ਬਹਰਹਾਲ ਤੇਜ਼ਾਬੀ ਬੇਹੋਸ਼ੀ ਦਾ ਖਤਰਾ ਜ਼ਿਆਦਾ ਹੈ। ਸੋ ਕਰਨਾ ਇਹ ਚਾਹੀਦਾ ਕਿ ਅਗਰ ਇੰਜ ਹੋਵੇ ਤੇ ਪਾਣੀ ਬਾਰ-ਬਾਰ ਪੀਓ, ਆਪਣੀ ਸ਼ੂਗਰ ਨੂੰ ਬਾਰ-ਬਾਰ ਚੈੱਕ ਕਰੋ, ਔਰ ਅਗਰ ਤੁਹਾਡੀ ਸ਼ੂਗਰ ਹੇਠ ਉੱਤੇ 2 ਵਾਰੀ 250 ਤੋਂ ਉੱਤੇ ਆ ਜਾਂਦੀ ਹੈ ਤੇ ਫਿਰ ਆਪਣੇ ਪਿਸ਼ਾਬ ਵਿੱਚ ਕੀਟੋਨ ਵੀ ਚੈੱਕ ਕਰੋ। ਇੱਕ ਕਿਸਮ ਅਵਲ ਵਾਲੇ ਮਰੀਜ਼ ਜਿਹੜੇ ਨੇ ਉਹ ਜਾਣਦੇ ਨੇ ਕਿ ਕੀਟੋਨ ਕੀ ਹੁੰਦਾ, ਉਹਨਾਂ ਨੂੰ ਇਹ ਗੱਲ ਆਸਾਨੀ ਨਾਲ ਸਮਝ ਆ ਜਾਏਗੀ। ਹੁਣ ਅਸੀਂ ਆਉਂਦੇ ਹਾਂ ਕਿ ਕਰੋਨਾ ਤੋਂ ਬਚਣ ਦੀਆਂ ਤਦਬੀਰਾਂ ਕੀ ਹੋਣੀਆਂ ਚਾਹੀਦੀਆਂ ਨੇ। ਇਹ ਉਹ ਗੱਲ ਹੈ ਜਿਹਦੇ ਬਾਰੇ ਟੀਵੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ। ਤੁਸੀਂ ਉਹਨਾਂ ਨੂੰ ਸੁਣੋ ਔਰ ਉਹਨਾਂ 'ਤੇ ਅਮਲ ਕਰੋ। ਉਹਦੇ 'ਚੋਂ ਚੋਖੀਆਂ ਗੱਲਾਂ ਠੀਕ ਨੇ, ਪਰ ਧਿਆਨ ਰੱਖੋ ਕਿ ਅਫਵਾਹਾਂ ਵੱਲ ਧਿਆਨ ਨਹੀਂ ਕਰਨਾ। ਸੋ ਮੁੱਖ ਦੀ ਗੱਲ ਵਿੱਚ ਇਹ ਹੈ ਕਿ ਕੋਸ਼ਿਸ਼ ਕਰੋ ਕਿ ਤੁਸੀਂ ਘਰ ਦੇ ਅੰਦਰ ਰਹੋ, ਮੇਲ ਮਿਲਾਪ ਘੱਟ ਕਰੋ, ਲੋਕਾਂ ਨਾਲ ਹੱਥ ਨਾ ਮਿਲਾਓ, ਜੱਫੀਆਂ ਨਾ ਪਾਓ, ਨਾਲ ਦੇ ਬੰਦੇ ਤੋਂ ਘੱਟੋ ਘੱਟ ਵੀ ਤੁਸੀਂ ਕੋਈ 1.25 ਗਜ਼ ਦੀ ਵਿੱਥ ਰੱਖ ਕੇ ਖਲੋਵੋ ਜਾਂ ਬੈਠੋ, ਮੂੰਹ ਤੇ ਨੱਕ ਨੂੰ ਮਾਸਕ ਨਾਲ ਕੱਜ ਕੇ ਰੱਖੋ। ਜੇ ਖੰਘ ਜਾਂ ਨਿੱਛ ਆਵੇ ਤੇ ਉਹਨੂੰ ਸਾਹਮਣੇ ਨਿੱਛਣ ਦੀ ਬਜਾਏ ਜਾਂ ਖੰਘਣ ਦੀ ਬਜਾਏ ਆਪਣੀ ਬਗਲ ਵੱਲ, ਆਪਣੀ ਕੱਛ ਵੱਲ ਮੂੰਹ ਕਰਕੇ ਉੱਧਰ ਖੰਘੋ। ਕਿਸੇ ਵੀ ਸ਼ੈ ਨੂੰ ਹੱਥ ਲਾਓ ਜਿਹਦਾ ਖਾਸ ਤੌਰ 'ਤੇ ਤੁਹਾਨੂੰ ਤਸੱਲੀ ਨਹੀਂ ਕਿ ਸਾਫ਼ ਹੈ ਜਾਂ ਨਹੀਂ ਹੈ, ਤੇ ਉਸ ਤੋਂ ਪਿੱਛੋਂ ਸਾਬਣ ਨਾਲ 20 ਸੈਕਿੰਡ ਵਾਸਤੇ ਆਪਣੇ ਹੱਥ ਧੋਵੋ। ਬੂਹਿਆਂ ਦੀਆਂ ਹੱਥੀਆਂ ਤੇ ਇਹੋ ਜਿਹੀਆਂ ਚੀਜ਼ਾਂ ਜਿੱਥੇ ਤੁਹਾਡੇ ਬਾਰ-ਬਾਰ ਸਾਰੇ ਲੋਕਾਂ ਦੇ ਹੱਥ ਲੱਗਦੇ ਰਹਿੰਦੇ ਨੇ, ਉਹਨਾਂ ਨੂੰ ਡਿਟੋਲ ਜਾਂ ਕਿਸੇ ਜਰਾਸੀਮ ਮਾਰਨ ਵਾਲੀ ਦਵਾਈ ਨਾਲ ਸਾਫ਼ ਕਰੋ ਤੇ ਇਨਸ਼ਾਅੱਲਾ ਖੈਰ ਕਰੀਏ ਤੁਸੀਂ। ਹਾਂ, ਜੇ ਘਰ ਦੇ ਵਿੱਚ ਕਿਸੇ ਜੀ ਨੂੰ ਨਜ਼ਲਾ ਜ਼ੁਕਾਮ ਹੋ ਗਿਆ ਹੈ ਤੇ ਉਹਨੂੰ ਜ਼ਾਹਿਰ ਹੈ ਕਿ ਚੋਖੀ ਇਹਤਿਆਤ ਦੀ ਲੋੜ ਹੈ, ਔਰ ਬਾਕੀ ਦੇ ਘਰ ਦੇ ਜੀਆਂ ਨੂੰ ਉੱਥੋਂ ਜ਼ਰਾ ਜ਼ਿਆਦਾ ਦੂਰ ਰਹਿਣਾ ਚਾਹੀਦਾ ਹੈ। ਐਸੇ ਜੀ ਨੂੰ ਇਹਤਿਆਤ ਵੀ ਜ਼ਿਆਦਾ ਕਰਨੀ ਚਾਹੀਦੀ ਹੈ, ਤੇ ਜੇ ਘਰ 'ਚ ਜਗ੍ਹਾ ਹੈ ਤੇ ਉਹਨੂੰ ਕਿਸੇ ਕਮਰੇ 'ਚ ਅਲੱਗਾ ਬੈਠਣਾ ਚਾਹੀਦਾ, ਬੂਹਾ ਠੋਕ ਕੇ। ਐਸੇ ਜੀ ਨੂੰ ਜਿਹਨੂੰ ਨਜ਼ਲਾ ਜ਼ੁਕਾਮ ਹੈ, ਅਗਰ ਰੋਟੀ ਦੇਣ ਦਾ ਜਾਂ ਦਵਾ ਦੇਣ ਵਾਸਤੇ ਕਿਸੇ ਬੰਦੇ ਦੀ ਡਿਊਟੀ ਲੱਗੀ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਇੱਕੋ ਹੀ ਜੀ ਹੋਵੇ ਜਿਹੜਾ ਬਾਰ-ਬਾਰ ਉਹਦੇ ਕੋਲ ਜਾਵੇ। ਸਾਰੇ ਵਾਰੀ ਨਾ ਜਾਂਦੇ ਰਹਿਣ, ਔਰ ਜਿਹੜਾ ਜਾਵੇ ਉਹ ਉਚੇਤੀ ਇਹਤਿਆਤ ਕਰੇ। ਹਰ ਵਾਰੀ ਉਹਨੂੰ ਉਸ ਮਰੀਜ਼ ਨੂੰ ਜੋ ਵੀ ਉਸਨੇ ਦੇਣਾ ਲੈਣਾ ਹੋਏ ਦੇ ਕੇ ਵਾਪਸ ਆਵੇ ਤੇ ਆਪਣੇ ਹੱਥ ਧੋਵੇ, ਤੇ ਇਨਸ਼ਾਅੱਲਾ ਉਹਨੂੰ ਵੀ ਖੈਰ ਖੈਰੀਅਤ ਹੀ ਰਹੇਗੀ ਤੇ ਅੱਲਾਹ ਤਾਲਾ ਹਿਫਾਜ਼ਤ ਕਰਨ ਵਾਲਾ ਹੈ। ਆਖਰੀ ਗੱਲ ਜਿਹੜੀ ਇਸ ਸਿਲਸਿਲੇ 'ਚ ਕਰਨ ਵਾਲੀ ਹੈ ਉਹ ਹੈ ਬਾਜਮਾਤ ਨਮਾਜ਼ ਦੇ ਬਾਰੇ 'ਚ। ਤੁਹਾਨੂੰ ਹੁਣ ਤੱਕ ਨੇ ਪਤਾ ਲੱਗ ਚੁੱਕਿਆ ਕਿ ਕਰੋਨਾ ਵਾਇਰਸ ਸਾਹ ਨਾਲ ਫੈਲਦਾ। ਨਮਾਜ਼ ਦੀ ਜਦੋਂ ਤੁਸੀਂ ਸਜਦੇ 'ਚ ਜਾਂਦੇ ਹੋ ਤੇ ਤੁਹਾਡੇ ਸਾਹ ਨਾਲ ਜਰਾਸੀਮ ਥੱਲੇ ਮੁਸੱਲੇ ਜਾਂ ਸਫਾ ਨੂੰ ਲੱਗ ਜਾਂਦੇ ਨੇ। ਹੁਣ ਅਗਲੀ ਵਾਰੀ ਜਦੋਂ ਕੋਈ ਬੰਦਾ ਉੱਥੇ ਆ ਕੇ ਸਜਦਾ ਕਰੇਗਾ ਤੇ ਸਾਹ ਦੇ ਨਾਲ ਉਹਨੂੰ ਜਰਾਸੀਮ ਲੱਗਣ ਦਾ ਖਤਰਾ ਹੋ ਸਕਦਾ। ਸੋ ਇਸ ਲਿਹਾਜ਼ ਨਾਲ ਜਿਵੇਂ ਵੱਡੇ ਆਲਮਾਂ ਨੇ ਫਤਵਾ ਦਿੱਤਾ ਹੈ ਕਿ ਵਬਾ ਦੇ ਦਿਨਾਂ 'ਚ ਤੁਸੀਂ ਘਰ 'ਚ ਨਮਾਜ਼ ਪੜ੍ਹ ਲਓ ਤਾਂ ਠੀਕ ਹੈ, ਤੇ ਉਹਨਾਂ ਦੀ ਇਸ ਗੱਲ 'ਤੇ ਅਮਲ ਕਰੋ। ਪਰ ਜੇ ਤੁਹਾਡਾ ਦਿਲ ਨਹੀਂ ਮੰਨਦਾ, ਤੁਸੀਂ ਜ਼ਰੂਰ ਮਸਜਿਦ 'ਚ ਜਾ ਕੇ ਬਾਜਮਾਤ ਨਮਾਜ਼ ਹੀ ਪੜ੍ਹਨੀ ਹੈ, ਤੇ ਉਹਦੇ ਵਾਸਤੇ ਇਹਤਿਆਤ ਹੈ ਕਿ ਫਿਰ ਮੁਸੱਲਾ ਆਪਣੇ ਘਰੋਂ ਲੈ ਕੇ ਜਾਓ, ਔਰ ਨਮਾਜ਼ ਪੜ੍ਹਨ ਲੱਗਿਆਂ ਵੀ ਮਸਜਿਦ ਦੇ ਅੰਦਰ ਤੁਸੀਂ ਆਪਣੇ ਮੂੰਹ ਤੋਂ ਮਾਸਕ ਨਹੀਂ ਲਾਣਾ, ਤੇ ਨਮਾਜ਼ ਪੜ੍ਹੋ ਤੇ ਸਾਡੇ ਜਿਹੇ ਗੁਨਾਹਗਾਰਾਂ ਵਾਸਤੇ ਵੀ ਦੁਆ ਕਰੋ ਤੇ ਸਾਰੀ ਦੁਨੀਆ ਵਾਸਤੇ ਦੁਆ ਕਰੋ ਕਿ ਅੱਲਾਹ ਤਾਲਾ ਸਾਡੀਆਂ ਭੁੱਲਾਂ ਚੁੱਕਾਂ ਨੂੰ ਮਾफ़ ਕਰੇ ਤੇ ਆਪਣੀ ਮਖਲੂਕ ਉੱਤੇ ਜਿਹੜਾ ਐਜ਼ਾਬ ਇਸ ਵੇਲੇ ਆਇਆ ਹੋਇਆ ਉਹਨਾਂ ਦੀ ਬਖਸ਼ਿਸ਼ ਕਰੇ, ਉਹਨਾਂ ਦੀ ਜਾਨ ਛੁਡਾਵੇ। ਮਾਲਕ ਸੋਨਾ ਤੁਹਾਨੂੰ ਆਪਣੀ ਹਿਫਜ਼-ਓ-ਅਮਾਨ ਵਿੱਚ ਰੱਖੇ। ਇਹਦੇ ਨਾਲ ਹੀ ਆਪਣੇ ਇਸ ਵੀਰ ਨੂੰ ਇਜਾਜ਼ਤ ਦਿਓ ਤੇ ਰੱਬ ਰੱਖਾ।